ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਵੰਤ ਕੌਰ ਅੱਜ ਫਿਰ ਹਾਜ਼ਰ ਹੋਈ ਹਾਂ ਤੁਹਾਡੇ ਸਾਹਮਣੇ ਜਮਾਤ 8ਵੀਂ ਦਾ ਪਾਠ 17 ਲੈ ਕੇ, ਜੋ ਕਿ ਇੱਕ ਕਵਿਤਾ ਹੈ ਜਿਸ ਦਾ ਵਿਸ਼ਾ ਹੈ ਪੰਜਾਬੀ, ਜਿਸ ਦੇ ਕਵੀ ਹਨ ਫਿਰੋਜ਼ਦੀਨ ਸ਼ਰਫ। ਅਸੀਂ ਕਵਿਤਾ ਪੜ੍ਹਨੀ ਸ਼ੁਰੂ ਕਰਦੇ ਹਾਂ। ਤਾਂ ਬੱਚਿਓ, ਇਸ ਕਵਿਤਾ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਇਸ ਕਵਿਤਾ ਦੇ ਵਿੱਚ ਜੋ ਕਵੀ ਹੈ ਉਹ ਕੀ ਕਹਿਣਾ ਚਾਹ ਰਿਹਾ ਹੈ, ਉਸ ਦਾ ਭਾਵ ਕੀ ਹੈ। ਕਵੀ ਇਹ ਕਹਿਣਾ ਚਾਹ ਰਿਹਾ ਹੈ ਕਿ ਸਾਨੂੰ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਵੱਧ ਤੋਂ ਵੱਧ ਇੱਜ਼ਤ ਦੇਣੀ ਚਾਹੀਦੀ ਹੈ, ਉਸ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਭਾਵੇਂ ਅੱਜ ਕੱਲ੍ਹ ਅਸੀਂ ਹੋਰ ਭਾਸ਼ਾਵਾਂ ਸਿੱਖਣ ਦੇ ਲਈ ਜ਼ਿਆਦਾ ਉਤਸ਼ਾਹਿਤ ਹੁੰਦੇ ਹਾਂ, ਪਰ ਫਿਰ ਵੀ ਸਾਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਤਾਂ ਇਸ ਦੇ ਕਵੀ ਹਨ ਫਿਰੋਜ਼ਦੀਨ ਸ਼ਰਫ। ਉਹ ਕੀ ਕਹਿਣਾ ਚਾਹ ਰਹੇ ਨੇ, ਅਸੀਂ ਪਹਿਲੀ ਸਤਰ ਪੜ੍ਹਦੇ ਹਾਂ। ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ। ਕਵੀ ਕਹਿ ਰਿਹਾ ਹੈ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬ ਦਾ ਰਹਿਣ ਵਾਲਾ ਹਾਂ। ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ। ਕਹਿੰਦਾ ਕਿ ਮੈਂ ਪੇਂਡੂ ਹਾਂ, ਮੈਂ ਰਹਿਣ ਵਾਲਾ ਤਾਂ ਪਿੰਡ ਦਾ ਹਾਂ, ਪਰ ਮੇਰੇ ਅੰਦਰ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਨਜ਼ਰੀਆ ਵੀ ਵਸਦਾ ਹੈ। ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ। ਕਹਿੰਦਾ ਕਿ ਮੈਨੂੰ ਉਰਦੂ ਸਮਝ ਆਉਂਦੀ ਹੈ ਅਤੇ ਹਿੰਦੀ ਵੀ ਮੈਂ ਖੂਬ ਬੋਲਦਾ ਹਾਂ। ਭਾਵ ਮੈਨੂੰ ਉਰਦੂ ਅਤੇ ਹਿੰਦੀ ਦੀ ਅੱਛੀ ਖਾਸੀ ਸਮਝ ਹੈ। ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ। ਭਾਵ ਮੈਂ ਥੋੜ੍ਹੀ ਬਹੁਤ ਅੰਗਰੇਜ਼ੀ ਨੂੰ ਵੀ ਸਿੱਖਣਾ ਜਾਣਦਾ ਹਾਂ। ਅੰਗਰੇਜ਼ੀ ਨੂੰ ਵੀ ਥੋੜ੍ਹੀ ਬਹੁਤ ਮੇਰੀ ਅੰਗਰੇਜ਼ੀ ਨਾਲ ਵੀ ਜਾਣ ਪਛਾਣ ਹੈਗੀ ਹੈ, ਪਰ ਬੋਲੀ ਆਪਣੀ ਨਾਲ ਪਿਆਰ ਰੱਖਾਂ। ਕਹਿੰਦਾ ਕਿ ਪਰ ਮੈਂ ਆਪਣੀ ਬੋਲੀ ਨਾਲ ਪਿਆਰ ਰੱਖਦਾ ਹਾਂ, ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹਾਂ। ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ ਅਤੇ ਮੈਨੂੰ ਇਸ ਗੱਲ ਨੂੰ ਕਹਿਣ ਦੇ ਵਿੱਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਮੈਂ ਆਪਣੀ ਬੋਲੀ ਨੂੰ ਪਿਆਰ ਕਰਦਾ ਹਾਂ, ਮਾਂ ਬੋਲੀ ਦੀ ਇੱਜ਼ਤ ਕਰਦਾ ਹਾਂ। ਕਿਸ ਤਰ੍ਹਾਂ, ਜਿਉਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਮੈਂ। ਕਹਿੰਦਾ ਕਿ ਮੈਂ ਆਪਣੀ ਮਾਂ ਬੋਲੀ ਨੂੰ ਇਸ ਤਰ੍ਹਾਂ ਪਿਆਰ ਕਰਦਾ ਹਾਂ ਜਿਸ ਤਰ੍ਹਾਂ ਕਿਸੇ ਸੁਹਾਗਣ ਦੀ ਨੱਥ ਜੋ ਹੈ, ਉਹ ਸੁਹਾਗਣ ਆਪਣੀ ਨੱਥ ਦੇ ਮੋਤੀ ਨੂੰ ਪਿਆਰ ਕਰਦੀ ਹੈ, ਅਤੇ ਜਿਸ ਤਰ੍ਹਾਂ ਕੋਈ ਪੰਜਾਬਣ ਆਪਣੀ ਵੰਗ ਦੇ ਟੁਕੜੇ ਦਾ ਵੀ ਖਿਆਲ ਰੱਖਦੀ ਹੈ, ਟੁਕੜੇ ਨੂੰ ਵੀ ਪਿਆਰ ਕਰਦੀ ਹੈ, ਉਸੇ ਤਰ੍ਹਾਂ ਮੈਂ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹਾਂ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ। ਕਹਿੰਦਾ ਕਿ ਮੈਨੂੰ ਸ਼ੁਰੂ ਤੋਂ ਹੀ ਇਸ ਉਮੰਗ ਨੇ ਘੇਰਿਆ ਹੋਇਆ ਹੈ। ਮੇਰੇ ਅੰਦਰ ਇਹ ਉਮੰਗ ਹੈ ਕਿ ਮੈਂ ਆਪਣੇ ਦੇਸ਼ ਦੇ ਅੰਦਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਮਾਣ ਦੇ ਸਕਾਂ, ਆਪਣੀ ਮਾਂ ਬੋਲੀ ਨੂੰ ਇੱਜ਼ਤ ਦੇ ਸਕਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਨੂੰ ਪੂਰੇ ਦੇਸ਼ ਦੇ ਅੰਦਰ ਉਹੀ ਮਾਣ ਮਿਲੇ ਜੋ ਹੋਰ ਭਾਸ਼ਾਵਾਂ ਨੂੰ ਮਿਲ ਰਿਹਾ ਹੈ। ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਬੱਚਿਓ, ਵਾਰਸ ਸ਼ਾਹ ਤੇ ਬੁੱਲੇ ਸ਼ਾਹ ਜੋ ਨੇ, ਉਹ ਪੰਜਾਬੀ ਭਾਸ਼ਾ ਦੇ ਬਹੁਤ ਉੱਚ ਦਰਜੇ ਦੇ ਕਵੀ ਹੋਏ ਹਨ ਅਤੇ ਇਹਨਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬਹੁਤ ਪਿਆਰ ਕਰਦੇ ਹਨ। ਕਵੀ ਕਹਿ ਰਿਹਾ ਹੈ ਕਿ ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ। ਕਹਿੰਦਾ ਕਿ ਜਿਸ ਤਰ੍ਹਾਂ ਵਾਰਸ ਸ਼ਾਹ ਅਤੇ ਬੁੱਲੇ ਸ਼ਾਹ ਪੰਜਾਬੀ ਬੋਲੀ ਦੇ ਵਿੱਚ ਰੰਗੇ ਰਹੇ ਹਨ, ਮੈਂ ਵੀ ਆਪਣੀ ਜ਼ਿੰਦਗੀ ਨੂੰ ਉਸੇ ਰੰਗ ਦੇ ਵਿੱਚ ਰੰਗਣਾ ਚਾਹੁੰਦਾ ਹਾਂ। ਭਾਵ ਪੰਜਾਬੀ ਵਿੱਚ ਰਚਨਾਵਾਂ ਕਰਨਾ ਲੋਚਦਾ ਹਾਂ। ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ। ਕਵੀ ਕਹਿੰਦਾ ਕਿ ਮੈਂ ਇਹੋ ਜਿਹੀ ਅਕਲ ਨੂੰ ਛਿੱਕੇ ਟੰਗਦਾ ਹਾਂ। ਭਾਵ ਉਸ ਇਹੋ ਜਿਹੀ ਅਕਲ ਨੂੰ ਮੈਂ ਚੰਗਾ ਨਹੀਂ ਸਮਝਦਾ ਜੋ ਕਿ ਯੂਪੀ ਵਿੱਚ ਰਹਿ ਕੇ ਅਤੇ ਗੱਲਾਂ ਕਰਦੇ ਨੇ। ਰਹਾਂ ਇੱਥੇ ਅਤੇ ਯੂਪੀ 'ਚ ਦੀਆਂ ਗੱਲਾਂ ਕਰਾਂ। ਭਾਵ ਮੈਂ ਪਿਆਰ ਤਾਂ ਕਰਾਂ ਪੰਜਾਬੀ ਨੂੰ, ਪਰ ਗੱਲ ਕਰਾਂ ਅੰਗਰੇਜ਼ੀ ਦੇ ਵਿੱਚ। ਭਾਵ ਮੈਂ ਰਹਿਣ ਵਾਲਾ ਪੰਜਾਬ ਦਾ ਅਤੇ ਗੱਲ ਕਰਾਂ ਯੂਪੀ ਦੀ। ਇਸ ਦਾ ਭਾਵ ਇਹ ਵੀ ਹੋ ਸਕਦਾ ਹੈ ਕਿ ਹੈ ਤਾਂ ਸਾਡੀ ਮਾਂ ਬੋਲੀ ਪੰਜਾਬੀ, ਪਰ ਅਸੀਂ ਇੰਗਲਿਸ਼ ਨੂੰ, ਹਿੰਦੀ ਨੂੰ ਜਾਂ ਕਿਸੇ ਹੋਰ ਵੀ ਜੋ ਹੋਰ ਭਾਸ਼ਾਵਾਂ ਹਨ ਉਹਨਾਂ ਵਿੱਚ ਗੱਲਾਂ ਕਰਨਾ ਆਪਣੇ ਆਪ ਦੇ ਲਈ ਇੱਜ਼ਤ ਦੀ ਗੱਲ ਸਮਝੀਏ। ਮੈਂ ਪੰਜਾਬੀ, ਪੰਜਾਬ ਦਾ ਸਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਕਵੀ ਕਹਿ ਰਿਹਾ ਹੈ ਕਿ ਮੈਂ ਪੰਜਾਬੀ, ਪੰਜਾਬ ਦਾ ਰਹਿਣ ਵਾਲਾ ਅਤੇ ਪੰਜਾਬੀ ਬੋਲੀ ਦਾ ਹੀ ਸੇਵਕ ਹਾਂ। ਮੇਰਾ ਨਾਮ ਸ਼ਰਫ ਹੈ ਅਤੇ ਮੈਂ ਸਦਾ ਆਪਣੀ ਮਾਂ ਬੋਲੀ ਪੰਜਾਬੀ ਦੀ ਖੈਰ ਮੰਗਦਾ ਹਾਂ ਅਤੇ ਉਸ ਨੂੰ ਪਿਆਰ ਕਰਨਾ ਲੋਚਦਾ ਹਾਂ। ਤਾਂ ਬੱਚਿਓ, ਇਹ ਸੀ ਪੰਜਾਬੀ ਕਵਿਤਾ ਦੀ ਵਿਆਖਿਆ, ਜੋ ਕਿ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਮਝਾਵਾਂ। ਅੱਗੇ ਅਸੀਂ ਇਸ ਦਾ ਅਭਿਆਸ ਕਰਦੇ ਹਾਂ। ਇਸ ਦੇ ਅਭਿਆਸ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਆਉਣਗੇ ਔਖੇ ਸ਼ਬਦਾਂ ਦੇ ਅਰਥ। ਔਖੇ ਸ਼ਬਦਾਂ ਦੇ ਅਰਥ ਕੀ ਨੇ? ਸਭ ਤੋਂ ਪਹਿਲਾਂ ਹੈ ਸ਼ਹਿਰੀਏ। ਸ਼ਹਿਰੀਏ ਯਾਨੀ ਕਿ ਸ਼ਹਿਰ ਦੇ ਲੋਕ। ਫਾਰਸੀ, ਜੋ ਕਿ ਇੱਕ ਭਾਸ਼ਾ ਦਾ ਨਾਮ ਹੈ। ਉਰਦੂ ਇੱਕ ਭਾਸ਼ਾ ਦਾ ਨਾਮ ਹੈ। ਨੱਥ, ਨੱਕ ਦਾ ਗਹਿਣਾ, ਜੋ ਕਿ ਨੱਕ ਦੇ ਵਿੱਚ ਇੱਕ ਗਹਿਣਾ ਪਾਈਦਾ ਹੁੰਦਾ ਹੈ, ਉਸ ਨੂੰ ਨੱਥ ਕਿਹਾ ਜਾਂਦਾ ਹੈ। ਉਮੰਗ, ਖੁਸ਼ੀ। ਵਾਰਸ ਸ਼ਾਹ ਪੰਜਾਬੀ ਦਾ ਇੱਕ ਕਿੱਸਾਕਾਰ ਕਵੀ ਹੋਇਆ ਹੈ। ਬੁੱਲਾ ਵੀ ਇੱਕ ਸੂਫੀ ਕਵੀ ਹੋਇਆ ਹੈ। ਯੂਪੀ ਇੱਕ ਪ੍ਰਾਂਤ ਦਾ ਨਾਮ ਹੈ। ਅੱਗੇ ਅਸੀਂ ਕਰਦੇ ਹਾਂ ਪ੍ਰਸ਼ਨਾਂ ਦੇ ਉੱਤਰ। ਤਾਂ ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਪਹਿਲਾ ਪ੍ਰਸ਼ਨ ਹੈ, ਕਵੀ ਕਿੱਥੋਂ ਦਾ ਰਹਿਣ ਵਾਲਾ ਹੈ? ਇਸ ਦਾ ਉੱਤਰ ਹੈ, ਕਵੀ ਪੰਜਾਬ ਦਾ ਰਹਿਣ ਵਾਲਾ ਹੈ। ਕਵੀ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਜਾਣਦਾ ਹੈ? ਕਵੀ ਉਰਦੂ, ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਜਾਣਦਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਦੀ ਉਮੰਗ ਕੀ ਹੈ? ਤਾਂ ਕਵੀ ਦੀ ਉਮੰਗ ਯਾਨੀ ਕਿ ਉਸਦੀ ਕੀ ਇੱਛਾ ਹੈ? ਉਸਦੀ ਇਹ ਇੱਛਾ ਹੈ ਕਿ ਦੇਸ਼ ਅੰਦਰ ਪੰਜਾਬੀ ਨੂੰ ਉੱਚਾ ਸਥਾਨ ਮਿਲੇ। ਕਵੀ ਦੀ ਕੀ ਉਮੰਗ ਹੈ? ਕਿ ਦੇਸ਼ ਅੰਦਰ ਪੰਜਾਬੀ ਨੂੰ ਉੱਚਾ ਸਥਾਨ ਮਿਲੇ। ਕਵੀ ਕਿਹੜੀ ਅਕਲ ਨੂੰ ਛਿੱਕੇ ਟੰਗਦਾ ਹੈ? ਕਵੀ ਇਸ ਅਕਲ ਨੂੰ ਛਿੱਕੇ ਟੰਗਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਨੂੰ ਸਿੱਖਣ ਦੀ ਜੋ ਲਾਲਸਾ ਹੈ, ਕਵੀ ਉਸ ਅਕਲ ਨੂੰ ਛਿੱਕੇ ਟੰਗਦਾ ਹੈ। ਅਗਲਾ ਹੈ, ਇਸ ਕਵਿਤਾ ਤੋਂ ਕਵੀ ਦਾ ਕੀ ਭਾਵ ਹੈ? ਇਸ ਦਾ ਉੱਤਰ ਥੱਲੇ ਲਿਖਿਆ ਹੋਇਆ ਹੈ। ਇਸ ਕਵਿਤਾ ਤੋਂ ਕਵੀ ਦਾ ਭਾਵ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਉਸੇ ਤਰ੍ਹਾਂ ਹੀ ਇੱਜ਼ਤ ਕਰਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਚਾਚੀਆਂ ਤਾਈਆਂ ਨੂੰ ਛੱਡ ਕੇ, ਭਾਵ ਹੋਰ ਭਾਸ਼ਾਵਾਂ ਨੂੰ ਛੱਡ ਕੇ ਆਪਣੀ ਬੋਲੀ ਨੂੰ ਪਿਆਰ ਅਤੇ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਇਹ ਸੀ ਕਵਿਤਾ ਦਾ ਭਾਵ। ਅਗਲਾ ਹੈ, ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ। ਹੇਠ ਲਿਖੇ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ। ਤਾਂ ਪਹਿਲਾ ਹੈ ਢੰਗ। ਢੰਗ ਯਾਨੀ ਕਿ ਤਰੀਕਾ। ਪਹਿਲਾ ਹੈ ਢੰਗ ਯਾਨੀ ਕਿ ਤਰੀਕਾ। ਸਾਨੂੰ ਆਪਣੀ ਲਿਖਾਈ ਦਾ ਢੰਗ ਸੁਧਾਰਨਾ ਚਾਹੀਦਾ ਹੈ, ਜੋ ਕਿ ਮੇਰੇ ਤੇ ਟੁਕਦਾ ਹੈ। ਅਗਲਾ ਹੈ ਫਾਰਸੀ। ਫਾਰਸੀ ਉਰਦੂ ਭਾਸ਼ਾ ਦੀ ਲਿਪੀ ਹੈ। ਅਗਲਾ ਹੈ ਖੁਸ਼। ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਅਗਲਾ ਹੈ ਅੰਗਦਾ। ਅੰਗਦਾ ਯਾਨੀ ਕਿ ਨਾਲ ਰੱਖਣਾ। ਕਵੀ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਨੂੰ ਵੀ ਅੰਗਦਾ ਹੈ। ਅਗਲਾ ਹੈ ਸੰਗ। ਸੰਗ ਯਾਨੀ ਕਿ ਸਾਥ। ਮੈਨੂੰ ਮੇਰੇ ਦੋਸਤ ਦਾ ਸਾਥ ਬਹੁਤ ਚੰਗਾ ਲੱਗਦਾ ਹੈ। ਅਗਲਾ ਹੈ ਆਸ਼ਕ। ਆਸ਼ਕ ਯਾਨੀ ਕਿ ਪਿਆਰ ਕਰਨ ਵਾਲਾ। ਭੌਰਾ ਜੋ ਹੈ ਉਹ ਫੁੱਲਾਂ ਦਾ ਆਸ਼ਕ ਹੁੰਦਾ ਹੈ। ਅਗਲਾ ਹੈ ਮੁੱਢ। ਮੁੱਢ ਯਾਨੀ ਕਿ ਸ਼ੁਰੂਆਤ। ਪੰਜਾਬ ਵਿੱਚ ਪੰਜਾਬੀਅਤ ਦੀ ਮੁੱਢ ਵੱਜਣੀ ਚਾਹੀਦੀ ਹੈ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਰੁੱਖ ਦੀ ਮੁੱਢ ਉਸ ਦੇ ਬੀਜ ਤੋਂ ਸ਼ੁਰੂ ਹੋ ਜਾਂਦੀ ਹੈ। ਛਿੱਕੇ ਟੰਗਣਾ। ਛਿੱਕੇ ਟੰਗਣਾ ਯਾਨੀ ਕਿ ਕਿਸੇ ਦੀ ਛਿੱਕੇ ਟੰਗਣਾ ਯਾਨੀ ਕਿ ਦੂਰ ਰੱਖਣਾ। ਤੁਸੀਂ ਦੇਖਿਆ ਹੋਣਾ ਕਿ
ਪਹਿਲੇ ਜ਼ਮਾਨੇ ਦੇ ਵਿੱਚ ਮੱਖਣ ਮਲਾਈਆਂ ਨੂੰ ਛਿੱਕੇ ਟੰਗਿਆ ਜਾਂਦਾ ਸੀ ਤਾਂ ਕਿ ਉਸ ਨੂੰ ਕੋਈ ਪਹੁੰਚ ਨਾ ਸਕੇ। ਤਾਂ ਇਸ ਦਾ ਅਸੀਂ ਸ਼੍ਰੀ ਕ੍ਰਿਸ਼ਨ ਭਗਵਾਨ ਨਾਲ ਵੀ ਲੈ ਸਕਦੇ ਹਾਂ ਕਿ ਗੋਪੀਆਂ ਮੱਖਣ ਨੂੰ ਸ਼੍ਰੀ ਕ੍ਰਿਸ਼ਨ ਜੀ ਤੋਂ ਲੁਕਾਉਣ ਲਈ ਛਿੱਕੇ ਟੰਗਦੀਆਂ ਸਨ। ਖੈਰ ਮੰਗਣਾ, ਦੁਆ ਮੰਗਣੀ, ਖੈਰੀਅਤ ਮੰਗਣੀ, ਸੁੱਖ ਸ਼ਾਂਤੀ ਮੰਗਣੀ। ਚੰਗੇ ਇਨਸਾਨ ਹਮੇਸ਼ਾ ਸਾਰਿਆਂ ਦੀ ਖੈਰ ਮੰਗਦੇ ਹਨ। ਤਾਂ ਇਹ ਸੀ ਮੁਹਾਵਰੇ। ਤਾਂ ਪੇਪਰ ਦੇ ਵਿੱਚ ਬੱਚਿਓ ਇਹ ਵੀ ਆਉਂਦਾ ਹੈ ਕਿ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਤਾਂ ਅੱਜ ਬੱਚਿਓ ਮੈਂ ਤੁਹਾਨੂੰ ਪ੍ਰਸੰਗ ਕਿਸ ਤਰ੍ਹਾਂ ਲਿਖਣਾ ਹੈ ਇਹ ਵੀ ਦੱਸਣਾ ਚਾਹੂੰਗੀ। ਪ੍ਰਸੰਗ ਲਿਖਣ ਦੇ ਲਈ ਸਭ ਤੋਂ ਪਹਿਲਾਂ ਕੀ ਚਾਹੀਦਾ ਹੁੰਦਾ ਹੈ, ਸਾਨੂੰ ਕਵਿਤਾ ਦਾ ਅਤੇ ਕਵੀ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਉਹ ਕਵਿਤਾ ਕਿਹੜੀ ਕਿਤਾਬ ਵਿੱਚੋਂ, ਕਿਹੜੀ ਪੁਸਤਕ ਵਿੱਚੋਂ ਲਈ ਗਈ ਹੈ ਉਸ ਦਾ ਵੀ ਜੇਕਰ ਸਾਨੂੰ ਪਤਾ ਹੋਵੇ ਤਾਂ ਅਸੀਂ ਉਹ ਵੀ ਪ੍ਰਸੰਗ ਵਿੱਚ ਲਿਖ ਸਕਦੇ ਹਾਂ। ਤਾਂ ਪ੍ਰਸੰਗ ਲਿਖਣ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਬੱਚਿਓ, ਅਸੀਂ ਕਿਸ ਤਰ੍ਹਾਂ ਸ਼ੁਰੂ ਕਰਾਂਗੇ। ਇਹ ਕਾਵ ਟੋਟਾ, ਕਾਵ ਟੋਟਾ ਯਾਨੀ ਕਿ ਕਵਿਤਾ ਦੀਆਂ ਸਤਰਾਂ, ਕਵਿਤਾ ਦਾ ਟੁਕੜਾ। ਪੰਜਾਬੀ ਪਾਠ ਪੁਸਤਕ ਉਡਾਨ, ਦੇਖੋ ਇਹ ਪੁਸਤਕ ਦਾ ਅਸੀਂ ਇਸ ਨੂੰ ਅੰਡਰਲਾਈਨ ਕੀਤਾ ਹੋਇਆ ਹੈ ਤਾਂ ਕਿ ਅਸੀਂ ਇਹ ਦੱਸ ਸਕੀਏ ਕਿ ਸਾਨੂੰ ਪੁਸਤਕ ਦਾ ਨਾਮ ਪਤਾ ਹੈ। ਵਿੱਚ ਦਰਜ ਕਵਿਤਾ, ਕਵਿਤਾ ਨੂੰ ਅੰਡਰਲਾਈਨ ਕੀਤਾ ਹੋਇਆ ਹੈ, ਪੰਜਾਬੀ ਵਿੱਚੋਂ ਲਿਆ ਗਿਆ ਹੈ। ਇਸ ਦੇ ਕਵੀ ਫਿਰੋਜ਼ਦੀਨ ਸ਼ਰਫ ਹਨ। ਇਸ ਕਵਿਤਾ ਰਾਹੀਂ ਕਵੀ ਸਾਨੂੰ ਪੰਜਾਬੀ ਮਾਂ ਬੋਲੀ ਦੀ ਮਹਾਨਤਾ ਬਾਰੇ ਦੱਸ ਰਿਹਾ ਹੈ ਅਤੇ ਸਾਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਸ ਨੂੰ ਪਿਆਰ ਦੇਣਾ ਚਾਹੀਦਾ ਹੈ। ਤਾਂ ਬੱਚਿਓ ਇਹ ਸੀ ਅੱਜ ਦੀ ਕਵਿਤਾ ਪੰਜਾਬੀ, ਜਿਸ ਦੇ ਕਵੀ ਸਨ ਫਿਰੋਜ਼ਦੀਨ ਸ਼ਰਫ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝਾਵਾਂ। ਜੇ ਤੁਹਾਨੂੰ ਸਮਝ ਆਇਆ ਹੈ ਤਾਂ ਬਹੁਤ ਵਧੀਆ ਗੱਲ ਹੈ ਮੇਰੇ ਲਈ, ਇਸ ਤੋਂ ਵਧੀਆ ਸੁਭਾਗਾ ਦਿਨ ਕੋਈ ਨਹੀਂ। ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।